ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸ ਕਰਦੇ ਹਾਂ ਆਪ ਜੀ ਸਾਰੇ ਤੰਦਰੁਸਤ ਹੋਗੇ ਔਰ ਗੁਰੂ ਦਾ ਕਹਿਣਾ ਮੰਨ ਕੇ, ਗੁਰਬਾਣੀ ਦਾ ਕਹਿਣਾ ਮੰਨ ਕੇ ਆਪ ਜੀ ਗੁਰਬਾਣੀ ਤੇ ਅਮਲ ਕਰਕੇ ਆਪਣਾ ਜੀਵਨ ਨਾਮ ਜਪ ਕੇ ਸਫਲ ਕਰ ਰਹੇ ਹੋਗੇ। ਅੱਜ ਅਸੀਂ 34 ਨੰਬਰ ਪਦਾ ਸ਼ੁਰੂ ਕਰਨਾ ਹੈ। ਪਿਛਲੀ ਵਾਰੀ ਅਸੀਂ ਇੱਥੇ ਸਮਾਪਤੀ ਕੀਤੀ ਸੀ 33 ਨੰਬਰ ਪਦਾ ਪੂਰਾ ਕਰਕੇ, ਔਰ ਇਹ ਬੇਨਤੀ ਕੀਤੀ ਸੀ ਸਾਰਿਆਂ ਨੂੰ ਕਿ ਅਗਲੀ ਜਿਹੜੀ ਬੈਠਕ ਹੈ ਆਪਣੀ ਲੰਬੀ ਹੋਣ ਵਾਲੀ ਹੈ। ਫਿਰ ਵੀ ਅਸੀਂ ਕੋਸ਼ਿਸ਼ ਕਰਾਂਗੇ, ਸੰਕੋਚ ਕੇ ਬੋਲਾਂਗੇ ਕਿ ਆਪਾਂ ਨੂੰ ਜੋ ਅੱਜ ਦਾ ਸਾਡਾ ਵਿਸ਼ਾ ਹੈ 4 ਖੰਡ, ਉਹਨਾਂ ਬਾਰੇ ਖੋਲ ਸਕੀਏ ਔਰ ਉਹਨਾਂ ਨੂੰ ਜਾਣ ਸਕੀਏ ਕਿ ਇਹ 4 ਖੰਡ ਕੀ ਨੇ। ਸੋ ਆਓ ਆਪਾਂ 34 ਨੰਬਰ ਪਦੇ ਤੋਂ ਸਟਾਰਟ ਕਰਦੇ ਹਾਂ। ਇਹ ਪਦਾ ਸ਼ੁਰੂ ਹੋ ਰਿਹਾ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਜੰਮਣ ਤੇ ਮਰਨ ਵਾਲੇ ਸਾਰੇ ਜੀਵਾਂ ਵਾਸਤੇ ਧਰਤੀ ਇੱਕ ਪੜਾਅ ਹੈ। ਲਾਈਫ ਭੋਗ ਕੇ, ਜ਼ਿੰਦਗੀ ਭੋਗ ਕੇ, ਆਪਣੀ ਵਾਰੀ ਲੈ ਕੇ ਜੀਵ ਆਤਮਾ ਪਰਲੋਕ ਸੁਧਾਰ ਜਾਂਦੀ ਹੈ। ਧਰਮਖੰਡ ਦੀ ਇਸ ਧਰਮਸਾਲ ਵਿੱਚ ਕਈ ਜੀਵਨ ਢੰਗਾਂ ਦੇ ਤੇ ਕਈ ਰੂਪਾਂ ਦੇ ਜੀਵ ਹਨ। ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ। ਇਹ ਜਿਹੜਾ ਪਦਾ ਹੈ ਇਹ ਇੱਕ ਸਾਡੇ ਕੋਲ ਇੰਟਰੋਡਕਸ਼ਨ ਹੈ, ਇੱਕ ਜਾਣਕਾਰੀ ਹੈ ਜਿਹੜੀ ਨੈਕਸਟ ਅਗਲੇ ਪਦੇ ਨਾਲ ਜਾ ਕੇ ਕਨੈਕਟਡ ਹੋਏਗੀ। ਮਾਤ ਲੋਕ ਹੀ ਧਰਮਖੰਡ ਹੈ, ਜਿੱਥੇ ਅਸੀਂ ਰਹਿ ਰਹੇ ਹਾਂ ਇਹੀ ਧਰਮਖੰਡ ਹੈ। ਇੱਕ ਵਾਰੀ ਕਨੈਕਟਡ ਹੋਣ ਦੀ ਕੋਸ਼ਿਸ਼ ਕਰਿਓ, ਬਹੁਤ ਬਰੀਕੀ ਨਾਲ ਇਹ ਜਿਹੜੀਆਂ ਗੱਲਾਂ ਆ ਰਹੀਆਂ ਨੇ ਇਹਨਾਂ ਨੂੰ ਸਰਵਣ ਕਰਨਾ ਔਰ ਬਾਣੀ ਨੂੰ ਨਾਲ ਨਾਲ ਪੜ੍ਹਨਾ ਔਰ ਇੱਕ ਵਿਚਾਰ ਆਪਣੇ ਮਨ ਅੰਦਰ ਕਰਨੀ ਹੈ। ਇਸ ਗੁਰਬਾਣੀ ਦੀ ਮਾਤ ਲੋਕ ਜਿੱਥੇ ਅਸੀਂ ਰਹਿ ਰਹੇ ਹਾਂ ਇਹ ਹੀ ਧਰਮਖੰਡ ਹੈ, ਜਿਹਦੇ ਵਿੱਚ ਦਿਨ ਰਾਤ, ਤਰੀਕ ਵਾਰ, ਪਵਨ ਪਾਣੀ ਅਗਨੀ ਪਾਤਾਲ ਆਦਿ ਦਾ ਵੇਰਵਾ ਹੈ। ਇੱਥੇ ਅਸੀਂ ਰਹਿ ਰਹੇ ਹਾਂ ਨਾ, ਔਰ ਇੱਥੇ ਸਾਡੇ ਸਾਹਮਣੇ ਹੈ ਸਾਰਾ ਕੁਝ। ਦਿਨ ਰਾਤ ਚੱਲ ਰਹੇ ਨੇ, ਤਰੀਕਾਂ ਲੰਘ ਰਹੀਆਂ ਨੇ, ਪੌਣ ਇੱਥੇ ਹੈ ਜਿਹਨੂੰ ਅਸੀਂ ਮਹਿਸੂਸ ਕਰ ਸਕਦੇ ਹਾਂ। ਪਾਣੀ, ਅਗਨੀ, ਪਾਤਾਲ ਆਦਿ ਦਾ ਵੇਰਵਾ ਸਾਡੇ ਕੋਲ ਹੈ, ਇੱਥੇ ਸਾਡੇ ਸਾਹਮਣੇ ਹੀ ਹੈ। ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਜੰਮਣ ਮਰਨ ਵਾਲੇ ਜੀਵ ਉਹ ਵੀ ਸਾਡੇ ਸਾਹਮਣੇ ਨੇ ਇੱਥੇ। ਇਹ ਉਹਨਾਂ ਵਾਸਤੇ ਇੱਕ ਪੜਾਅ ਹੈ, ਇੱਕ ਤਰ੍ਹਾਂ ਦਾ ਟ੍ਰਾਂਜ਼ਿਟ ਕੈਂਪ ਹੈ।
ਆਪਣੀ ਵਾਰੀ ਲੈ ਕੇ ਜ਼ਿੰਦਗੀ ਜਿਉ ਕੇ ਜੀਵ ਆਤਮਾ ਜਿਹੜੀ ਆ ਉਹ ਅਲੋਪ ਹੋ ਜਾਂਦੀ ਆ, ਪਰਲੋਕ ਚਲੀ ਜਾਂਦੀ ਹੈ। ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ। ਧਰਮਖੰਡ ਦੀ ਇਸ ਧਰਮਸਾਲ ਵਿੱਚ ਕਈ ਜੀਵਨ ਢੰਗਾਂ ਦੇ, ਕਈ ਰੂਪਾਂ ਦੇ ਜੀਵ ਹਨ। ਤਿਨਕੇ ਨਾਮ ਅਨੇਕ ਅਨੰਤ, ਉਹਨਾਂ ਦੇ ਨਾਮ ਅਨੇਕਾਂ ਨੇ, ਉਹ ਵੀ ਅਕਾਲ ਅਨੰਤ ਤੋਂ ਪਰੇ ਨੇ। ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ। ਹਰ ਜੀਵ ਆਪਣੇ ਆਪਣੇ ਕਰਮਾਂ ਅਨੁਸਾਰ ਬੰਦਗੀ ਵਾਲੇ ਪਾਸੇ ਲੱਗਦਾ ਹੈ। ਕਰਮੀ ਕਰਮੀ ਹੋਏ ਵਿਚਾਰ, ਇੱਥੇ ਜਿਹੜਾ ਵਿਚਾਰ ਅੱਖਰ ਹੈ ਇਹਦੇ ਰਾਰੇ ਨੂੰ ਔਂਕੜ ਹੈ ਔਰ ਇਹਦਾ ਮਤਲਬ ਹੈ ਬੰਦਗੀ, ਕਿਉਂਕਿ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ। ਇਹ ਆਪਾਂ ਚੰਗੀ ਤਰ੍ਹਾਂ ਇਹਨੂੰ ਨਿਖੇੜ ਕੇ ਆਏ ਹਾਂ ਲਫ਼ਜ਼ ਨੂੰ। ਵਿਚਾਰ ਦਾ ਮਤਲਬ ਹੋਰ ਕੋਈ ਵਿਚਾਰ ਨਹੀਂ ਹੈ ਵੀ ਬਹਿ ਕੇ ਲੋਕ ਵਿਚਾਰ ਕਰ ਰਹੇ ਨੇ ਜਾਂ ਟੀਮ ਬੈਠੀ ਵਿਚਾਰ ਕਰ ਰਹੀ ਹੈ, ਉਹ ਡਿਫਰੈਂਟ ਹੈ। ਕਿਸੇ ਮੈਟਰ ਤੇ ਡਿਸਕਸ਼ਨ ਚੱਲਦੀ ਹੈ, ਲੇਕਿਨ ਇਹ ਜਿਹੜਾ ਗੁਰਬਾਣੀ ਚ ਅੱਖਰ ਆਇਆ ਵਿਚਾਰ ਔਰ ਉਹਦੇ ਰਾਰੇ ਨੂੰ ਔਂਕੜ ਪਾਤਾ, ਇਹ ਹੈ ਬੰਦਗੀ। ਹਰ ਜੀਵ ਆਪਣੇ ਆਪਣੇ ਕਰਮ ਦੇ ਅਨੁਸਾਰ ਬੰਦਗੀ ਵਾਲੇ ਪਾਸੇ ਲੱਗਦਾ ਹੈ। ਇੱਥੇ ਕੋਈ ਭੁਲੇਖਾ ਨਹੀਂ ਖਾਣਾ। ਸਿਮਿਲਰ ਅੱਖਰ ਕੱਢ ਕੇ ਆਪ ਜੀ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਦੇਖ ਸਕਦੇ। ਤਿੱਥੇ ਸੋਹਣ ਪੰਜ ਪ੍ਰਵਾਨ, ਸੱਚਾ ਆਪ ਸੱਚਾ ਦਰਬਾਰ। ਯੈਸ, ਅਕਾਲ ਪੁਰਖ ਦੀ ਹੋਂਦ ਸੱਤ ਹੈ, ਉਹਦਾ ਤਖਤ ਵੀ ਸੱਤ ਹੈ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਸੱਚਾ ਆਪ ਉਸ ਅਕਾਲ ਪੁਰਖ ਦੀ ਹੋਂਦ ਹੈ, ਸਦੀਵੀ ਹੈ, ਉਹਦਾ ਤਖਤ ਹੈ, ਉਹਦਾ ਦਰਬਾਰ ਹੈ, ਉਹ ਵੀ ਸਦੀਵੀ ਹੈ। ਤਿੱਥੇ ਸੋਹਣ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ। ਤੇ ਉਸ ਕਰਤੇ ਪੁਰਖ ਦੇ ਦਰਬਾਰ ਵਿੱਚ ਪੰਜ ਹੀ ਪ੍ਰਵਾਨ ਹਨ ਅਤੇ ਉਹ ਤਿੱਥੇ ਸੋਹਣ ਪੰਜ ਪ੍ਰਵਾਨ, ਉੱਥੇ ਅੱਤ ਦੇ ਖੂਬਸੂਰਤ ਲੱਗਦੇ ਨੇ। ਪੰਜ ਦਾ ਮਤਲਬ ਹੈ ਸ੍ਰੇਸ਼ਟ, ਜਿਹੜੇ ਨਾਮ ਜਪ ਕੇ, ਭਗਤੀ ਕਰਕੇ, ਵਿਚਾਰ ਕਰਕੇ ਸ੍ਰੇਸ਼ਟ ਹੋਏ ਆ, ਜਿਨ੍ਹਾਂ ਨੇ ਮਨ ਨੂੰ ਸਾਧਿਆ ਔਰ ਉਹ ਉਸ ਅਕਾਲ ਪੁਰਖ ਦੇ ਦਰਬਾਰ ਵਿੱਚ ਅਤ ਦੇ ਖੂਬਸੂਰਤ ਲੱਗਦੇ ਨੇ। ਸੋ ਪ੍ਰਭੂ ਦੇ ਦਰਬਾਰ ਵਿੱਚ ਕੇਵਲ ਬੰਦਗੀ ਕਰਨ ਵਾਲੇ ਹੀ ਪ੍ਰਵਾਨ ਨੇ। ਪੰਜ ਹੋਰ ਥੋੜਾ ਜਿਹਾ ਖੋਲੀਏ ਪੰਜ ਨੂੰ। ਪੰਜ ਉਹ ਹੈ ਜਿਹਦੀ ਬੰਦਗੀ ਥਾਈਂ ਪਈ ਹੈ, ਪ੍ਰਵਾਨ ਹੋਇਆ। ਕੱਚ ਪਕਾਈ ਉੱਥੇ ਪਾਏ, ਨਾਨਕ ਗਿਆ ਜਾਪੈ ਜਾਏ।
ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਸਦਕਾ ਹੀ ਪ੍ਰਵਾਨ ਦੀ ਅਵਸਥਾ ਮਿਲਦੀ ਹੈ। ਨਿਸ਼ਾਨ ਪ੍ਰਵਾਨ ਦੀ ਅਵਸਥਾ ਹੈ ਤੇ ਰਹਿਮਤ ਬਖਸ਼ਿਸ਼ ਕੀ ਹੈ? ਨਾਮ ਜਪਣ ਵਾਲੇ ਪਾਸੇ ਲੱਗਣਾ। ਕਿਤਿਓਂ ਵੀ ਪ੍ਰੇਰਨਾ ਲੈ ਕੇ ਜੋ ਵਿਅਕਤੀ ਨਾਮ ਜਪਣ ਵਾਲੇ ਪਾਸੇ ਲੱਗਦਾ ਹੈ, ਉਹਦੇ ਤੇ ਅਕਾਲ ਪੁਰਖ ਦੀ ਰਹਿਮਤ ਬਖਸ਼ਿਸ਼ ਉਸੇ ਵੇਲੇ ਸ਼ੁਰੂ ਹੋ ਜਾਂਦੀ ਹੈ। ਜੋ ਵਿਅਕਤੀ ਨਾਮ ਜਪਣ ਵਾਲੇ ਪਾਸੇ ਲੱਗ ਗਿਆ, ਉਹ ਕਰਤੇ ਪੁਰਖ ਦੀ ਰਹਿਮਤ ਬਖਸ਼ਿਸ਼ ਹੀ ਹੈ। ਨਾਨਕ ਗਿਆ ਜਾਪੇ ਜਾਏ, ਕੱਚ ਪਕਾਈ ਉੱਥੇ ਪਾਏ। ਨਾਨਕ ਗਿਆ ਜਾਪੇ ਜਾਏ। ਮਨਮੁਖ ਤੇ ਗੁਰਮੁਖ ਦਾ ਪਤਾ ਪ੍ਰਭੂ ਦੀ ਦਰਗਾਹ ਵਿੱਚ ਹੀ ਲੱਗੇਗਾ। ਭਾਵ ਕਿ ਜੀਵ ਆਤਮਾ ਦੇ ਲੇਖੇ ਜੋਖੇ ਦਾ ਜਿਹੜਾ ਹਿਸਾਬ ਹੈ ਉਹ ਉੱਥੇ ਹੋਣਾ ਹੈ। ਪਤਾ ਲੱਗਦਾ ਹੈ, ਨਿਰਣਾ ਹੋ ਜਾਂਦਾ ਹੈ ਕਿ ਅਸਲ ਤੇ ਨਕਲ ਕੌਣ ਹੈ। ਕੱਚ ਪਕਾਈ, ਕੱਚੇ ਪੱਕੇ ਦਾ ਪਤਾ ਲੱਗਦਾ ਹੈ ਉਹਦੀ ਦਰਗਾਹ ਦੇ ਵਿੱਚ। ਮਨਮੁਖ ਤੇ ਗੁਰਮੁਖ ਦਾ ਪਤਾ ਅਕਾਲ ਪੁਰਖ ਦੀ ਦਰਗਾਹ ਵਿੱਚ ਲੱਗੇਗਾ। ਜੀਵ ਆਤਮਾ ਦੇ ਲੇਖੇ ਜੋਖੇ ਦਾ ਹਿਸਾਬ ਵੀ ਉੱਥੇ ਹੋਣਾ। ਸੋ ਧਰਮਖੰਡ ਜਿਹੜਾ ਹੈ ਉਹ ਮਾਤ ਲੋਕ ਹੀ ਹੈ। ਸਾਰੀਆਂ ਗੱਲਾਂ ਅਸੀਂ ਇੱਥੇ ਮਾਤ ਲੋਕ ਚ ਹੀ ਸੁਣਦੇ ਕਰਦੇ ਹਾਂ। ਵਿਚਾਰ ਹੈ ਕਿ ਦੇਖੋ, ਪੌਣ ਪਾਣੀ, ਦਿਨ ਰਾਤ, ਤਰੀਕਾਂ, ਅਗਨੀ, ਪਤਾਲ, ਸਭ ਜ਼ਿਕਰ ਹੈ। ਸੋ ਇਹ ਇੰਟਰੋਡਕਸ਼ਨ ਹੈ। ਜਾਪਿਆ ਜਾਏ, ਮੈਂ ਇੱਕ ਵਾਰੀ ਫਿਰ ਕਲੀਅਰ ਕਰਦਾ, ਨਾਨਕ ਗਿਆ ਜਾਪਿਆ ਜਾਏ। ਫੈਸਲਾ ਹੈ ਇਸ ਅਵਸਥਾ ਵਿੱਚ ਪਹੁੰਚ ਕੇ ਹੀ ਪਤਾ ਲੱਗਣਾ ਕਿ ਚੰਗਾ ਜਾਂ ਮਾੜਾ ਕੀ ਹੈ। ਨਾਨਕ ਗਿਆ ਉਸ ਦਰਗਾਹ ਤੇ ਪਹੁੰਚਿਆ ਹੀ ਮਨਮੁਖ ਤੇ ਗੁਰਮੁਖ ਦਾ ਜਿਹੜਾ ਪਤਾ ਹੈ ਉਸ ਦਰਗਾਹ ਦੇ ਵਿੱਚ ਹੀ ਲੱਗੇਗਾ। ਇਹ ਇੱਕ ਜਿਹੜਾ 34 ਨੰਬਰ ਪਦਾ ਹੈ, ਇਹ ਇੱਕ ਇੰਟਰੋਡਕਸ਼ਨ ਆਈ ਹੈ ਜਿਹੜੀ ਅਗਲੇ ਪਦੇ ਦੇ ਨਾਲ ਬਿਲਕੁਲ ਕਨੈਕਟਡ ਹੋਏਗੀ। ਔਰ ਹੁਣ ਅਸੀਂ ਥੋੜਾ ਜਿਹਾ ਡਿਟੇਲ ਦੇ ਵਿੱਚ ਜਾਵਾਂਗੇ। ਇਹਨੂੰ ਆਪਾਂ ਇੱਕ ਵਾਰ 1 ਮਿੰਟ ਦੇ ਵਿੱਚ ਆਪਾਂ ਥੋੜਾ ਜਿਹਾ ਕਨਕਲੂਡ ਕਰਦੇ ਹਾਂ। ਇਸ ਪਦੇ ਦੇ ਵਿੱਚ ਰਾਤੀ ਰੁੱਤੀ ਥਿੱਤੀ ਵਾਰ, ਪਵਨ ਪਾਣੀ ਅਗਨੀ ਪਤਾਲ, ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨ ਕੇ ਨਾਮ ਅਨੇਕ ਅਨੰਤ। ਮਾਤ ਲੋਕ ਹੀ ਧਰਮਖੰਡ ਹੈ, ਜਿਸ ਵਿੱਚ ਦਿਨ ਰਾਤ, ਤਰੀਕਾਂ, ਵਾਰ, ਪੌਣ ਪਾਣੀ, ਅਗਨੀ ਪਤਾਲ ਆਦਿ ਦਾ ਵੇਰਵਾ ਹੈ। ਜੰਮਣ ਤੇ ਮਰਨ ਵਾਲੇ ਸਾਰੇ ਜੀਵਾਂ ਦਾ ਧਰਤੀ ਇੱਕ ਪੜਾਅ ਹੈ, ਇੱਕ ਟ੍ਰਾਂਜ਼ਿਟ ਕੈਂਪ ਹੈ। ਜ਼ਿੰਦਗੀ ਭੋਗ ਕੇ ਜੀਵ ਆਤਮਾ ਪਰਲੋਕ ਸੁਧਾਰ ਜਾਂਦੀ ਹੈ। ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ। ਧਰਮਖੰਡ ਦੀ ਇਸ ਧਰਮਸਾਲ ਵਿੱਚ ਕਈ ਜੀਵਨ ਢੰਗਾਂ ਦਾ, ਕਈ ਰੂਪਾਂ ਦਾ, ਜੀਵ ਦੇ ਕਈ ਰੂਪਾਂ ਦਾ ਜ਼ਿਕਰ ਹੈ। 84 ਲੱਖ ਜੂਨਾਂ ਜਿੱਦਾਂ ਆਪਾਂ ਕਹਿ ਦਿੰਦੇ। ਉਹਨਾਂ ਦੇ ਨਾਮ ਵੀ ਅਨੇਕਾਂ ਨੇ। ਉਹ ਵੀ ਅਕਾਲ ਪੁਰਖ ਤੋਂ ਪਰੇ ਨੇ। ਕਰਮੀ ਕਰਮੀ ਹੋਏ ਵਿਚਾਰ, ਹਰ ਜੀਵ ਆਪਣੇ ਆਪਣੇ ਕਰਮਾਂ ਅਨੁਸਾਰ
ਬੰਦਗੀ ਵਾਲੇ ਪਾਸੇ ਲੱਗਦਾ ਹੈ। ਸੱਚਾ ਆਪ ਸੱਚਾ ਦਰਬਾਰ, ਉਸ ਕਰਤੇ ਪੁਰਖ ਦੀ ਹੋਂਦ ਸੱਤ ਹੈ, ਉਹਦਾ ਤਖਤ ਵੀ ਸੱਤ ਹੈ। ਤਿੱਥੈ ਸੋਹਣ ਪੰਜ ਪ੍ਰਵਾਨ, ਉੱਥੇ ਪੰਜ ਹੀ ਪ੍ਰਵਾਨ ਨੇ ਤੇ ਉਹ ਅੱਤ ਦੇ ਖੂਬਸੂਰਤ ਲੱਗ ਰਹੇ ਨੇ। ਨਦਰੀ ਕਰਮ ਪਵੈ ਨਿਸ਼ਾਨ, ਪ੍ਰਭੂ ਦੀ ਰਹਿਮਤ ਬਖਸ਼ਿਸ਼ ਸਦਕਾ ਹੀ ਪ੍ਰਵਾਨ ਦੀ ਅਵਸਥਾ ਮਿਲਦੀ ਹੈ। ਨਿਸ਼ਾਨ ਪ੍ਰਵਾਨ ਦੀ ਅਵਸਥਾ ਹੈ। ਨਾਨਕ ਜੋਤ ਕਹਿੰਦੀ ਹੈ ਕਿ ਮਨਮੁਖ ਤੇ ਗੁਰਮੁਖ ਦਾ ਪਤਾ ਵੀ ਦਰਗਾਹ ਵਿੱਚ ਹੀ ਲੱਗੇਗਾ। ਅਸੀਂ ਨਹੀਂ ਡਿਸਾਈਡ ਕਰਨਾ ਇੱਥੇ। ਜੀਵ ਆਤਮਾ ਦੇ ਲੇਖੇ ਜੋਖੇ ਦਾ ਹਿਸਾਬ ਵੀ ਉੱਥੇ ਹੁੰਦਾ ਹੈ। ਪਤਾ ਲੱਗਦਾ ਕਿ ਅਸਲ ਨਕਲ ਕੌਣ ਹੈ। ਇਸ ਤੋਂ ਬਾਅਦ ਆਪਾਂ ਚੱਲਦੇ ਹਾਂ ਜੀ ਪਦਾ ਨੰਬਰ 35 ਤੇ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਖੋ। ਹੁਣ ਇਹ ਇੱਕ ਤਰ੍ਹਾਂ ਦੀ ਕਲੋਜ਼ਿੰਗ ਲਾਈਨ ਹੈ ਪਿਛਲੇ ਪਦੇ। ਉੱਪਰ ਵਰਗੀ ਜਿਹੜੀ ਜੀਵਨ ਸ਼ੈਲੀ ਹੈ ਉਹੀ ਧਰਮ ਖੰਡ ਵਿੱਚ ਹੈ। ਧਰਮ ਖੰਡ ਦਾ ਇਹੋ ਧਰਮ, ਜਿਹੜਾ ਪਿੱਛੇ ਸਾਰਾ ਆਪਾਂ ਪਤਾ ਵਿਚਾਰ ਕੇ ਆਏ ਹਾਂ, ਇਹ ਧਰਮ ਖੰਡ ਦੀ ਹੀ, ਧਰਮ ਖੰਡ ਦਾ ਹੀ ਜ਼ਿਕਰ ਹੈ। ਉੱਪਰ ਵਰਗੀ ਪਿਛਲੇ ਜਿਹੜੇ ਪਦੇ ਆਪਾਂ ਵਿਚਾਰੀ ਹੈ, ਜਿੱਥੇ ਤਰੀਕਾਂ, ਤਿਥੀਆਂ, ਵਾਰਾਂ ਦਾ, ਦਿਨ ਰਾਤ ਦਾ, ਰੁੱਤਾਂ ਦਾ ਜ਼ਿਕਰ ਆਇਆ, ਉਹ ਇੱਕ ਸਿਸਟਮ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਗਿਆਨ ਖੰਡ ਦੇ ਵਿੱਚ ਵਿਵੇਕ ਬੁੱਧੀ ਲਈ ਨਾਮ ਜਪਣਾ ਹੀ ਸਰਬ ਸ੍ਰੇਸ਼ਟ ਕਰਮ ਹੈ, ਉੱਚਾ ਕਰਮ ਹੈ, ਉੱਤਮ ਕਰਮ ਹੈ। ਗਿਆਨ ਖੰਡ ਕਾ ਆਖੋ ਕਰਮ। ਆਪਾਂ ਜ਼ਿਕਰ ਕੀਤਾ ਪਿੱਛੇ ਇਹ ਸਾਰੀਆਂ ਚੀਜ਼ਾਂ ਦਾ, ਜਦੋਂ ਆਪਾਂ ਚਾਰ ਪਦਾਰਥ ਜਿਹੜੇ ਆ ਉਹ ਖੋਲੇ ਸੀ। ਜਨਮ ਪਦਾਰਥ, ਫਿਰ ਗਿਆਨ ਪਦਾਰਥ। ਇਹ ਜਿਹੜਾ ਜਨਮ ਹੈ, ਇਹ ਸਾਡਾ ਜਿੱਥੇ ਅਸੀਂ ਦੇਖ ਰਹੇ ਹਾਂ, ਮਹਿਸੂਸ ਕਰ ਰਹੇ ਹਾਂ, ਹਵਾ ਪਾਣੀ, ਸਾਡਾ ਜੀਵਨ ਲੰਘ ਰਿਹਾ, ਇਹ ਧਰਮ ਖੰਡ ਹੈ। ਤੇ ਗਿਆਨ ਖੰਡ ਤੱਕ ਕਿਵੇਂ ਪਹੁੰਚਿਆ ਜਾ ਸਕਦਾ ਹੈ? ਗਿਆਨ ਖੰਡ ਵਿੱਚ ਵਿਵੇਕ ਬੁੱਧੀ ਲਈ ਨਾਮ ਜਪਣਾ ਹੀ ਕਰਮ ਹੈ, ਸ੍ਰੇਸ਼ਟ ਕਰਮ ਹੈ। ਆਖੋ, ਹਾਹੇ ਨੂੰ ਔਂਕੜ, ਇਹ ਇੱਕ ਆਰਡਰ ਹੈ। ਕਰਮ ਜਿਹੜਾ ਹੈ ਉਹ ਆਖਣ ਦਾ ਹੈ। ਆਖਣ ਔਖਾ ਸਾਚਾ ਨਾਉ, ਆਖਾਂ ਜੀਵਾਂ ਵਿਸਰੈ ਮਰ ਜਾਉ। ਗਿਆਨ ਖੰਡ ਦੇ ਵਿੱਚ ਨਾਮ ਜਪਣਾ ਹੀ ਕਰਮ ਹੈ। ਕੇਤੇ ਪਉਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਗਿਆਨੀ ਲੋਕਾਂ ਦਾ ਜ਼ਿਕਰ ਹੈ। ਦੇਖੋ, ਗਿਆਨ ਖੰਡ ਵਿੱਚ ਕਿੰਨੇ ਹੀ ਤਰ੍ਹਾਂ ਦੇ ਪੌਣ ਪਾਣੀ ਤੇ ਅਗਨੀਆਂ ਨੇ, ਕਿੰਨੇ ਹੀ ਕ੍ਰਿਸ਼ਨ, ਕਨਈਆ ਤੇ ਸ਼ਿਵ ਨੇ। ਕੇਤੇ ਕਾਨ ਮਹੇਸ਼, ਕੇਤੇ ਪਉਣ ਪਾਣੀ ਵੈ ਸੰਤਰ, ਕੇਤੇ ਕਾਨ ਮਹੇਸ਼। ਗਿਆਨ ਖੰਡ ਦੇ ਵਿੱਚ ਕਿੰਨੇ ਹੀ ਤਰ੍ਹਾਂ ਦੇ ਪੌਣ ਪਾਣੀ ਤੇ ਅਗਨੀਆਂ ਨੇ, ਕਿੰਨੇ ਹੀ ਕ੍ਰਿਸ਼ਨ, ਕਨਈਆ ਤੇ ਸ਼ਿਵ ਨੇ। ਕਿਤੇ ਬਰਮੇ ਘਾੜਤ ਘੜੀ ਹੈ, ਰੂਪ ਰੰਗ ਕੇ ਵੇਸ। ਗਿਆਨ ਖੰਡ ਵਿੱਚ ਕਿੰਨੇ ਹੀ ਬਰਮੇ ਨੇ, ਵੱਖ-ਵੱਖ ਰੂਪਾਂ, ਰੰਗਾਂ, ਵੇਸਾਂ ਵਾਲੇ ਜੀਵਾਂ ਦੀ ਸਿਰਜਣਾ ਵਿੱਚ ਯੋਗਦਾਨ ਪਾ ਰਹੇ ਨੇ। ਕਿਤੇ ਬਰਮੇ, ਇੱਕ ਨਹੀਂ, ਕਿਤੇ। ਕੇਤੀਆ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ। ਕਿੰਨੀਆਂ ਹੀ ਕਰਮ ਭੂਮੀਆਂ ਨੇ। ਕਰਮ ਭੂਮੀ ਭਾਵ ਜਿੱਥੇ ਜ਼ਿੰਦਗੀ ਹੈ, ਜਿੱਥੇ ਜੀਵਨ ਹੈ। ਕਿੰਨੀਆਂ ਹੀ
ਕਰਮ ਭੂਮੀਆਂ ਤੇ ਪਰਬਤ ਨੇ, ਕਿੰਨੇ ਹੀ ਧਰੂ ਵਰਗੇ ਭਗਤ ਨੇ। ਕੀਤੀਆ ਕਰਮ ਭੂਮੀ ਮੇਰ ਕੀਤੇ, ਕੀਤੇ ਧੂਪ ਦੇਸ, ਕੀਤੇ ਇੰਦ ਚੰਦ ਸੂਰ ਕੀਤੇ, ਕੀਤੇ ਦੇਵੀ ਵੇਸ। ਕਿੰਨੇ ਹੀ ਇੰਦਰ, ਚੰਦ, ਸੂਰਜ ਤੇ ਕਿੰਨੇ ਹੀ ਮੰਡਲ ਤੇ ਦੇਸ਼ ਨੇ। ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ। ਕਿੰਨੇ ਹੀ ਸਿੱਧੀ ਪ੍ਰਾਪਤ ਸਿੱਧ ਸਾਧਕ, ਬੁੱਧ ਤੇ ਪੁੱਗੇ ਹੋਏ ਜੋਗੀ ਅਤੇ ਦਿਵ ਦ੍ਰਿਸ਼ਟ ਵਾਲੇ ਭਗਤ ਨੇ। ਦੇਵੀ, ਇਹ ਦੈਵੀ ਹੈ, ਦੇਵੀ ਨਹੀਂ ਹੈ। ਇਹ ਦੈਵੀ ਹੈ ਜਿਨ੍ਹਾਂ ਨੂੰ ਸਤਿਗੁਰ ਮਿਲੇ ਆ, ਦਿਵ ਦ੍ਰਿਸ਼ਟ ਹੋਏ, ਜੋ ਪਾਸਟ, ਪ੍ਰੈਜ਼ੈਂਟ ਤੇ ਫਿਊਚਰ ਦੇਖ ਸਕਦੇ ਆ, ਮਹਿਸੂਸ ਕਰ ਸਕਦੇ ਆ। ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ। ਕੀਤੇ ਦੇਵ ਦਾਨਵ ਮੁਨ ਕੀਤੇ, ਕੀਤੇ ਰਤਨ ਸਮੁੰਦ। ਗਿਆਨ ਖੰਡ ਵਿੱਚ ਕਿੰਨੇ ਹੀ ਦੇਵਤੇ, ਰਾਖਸ਼ ਤੇ ਰਿਸ਼ੀ ਮੁਨੀ ਨੇ, ਔਰ ਕਿੰਨੇ ਹੀ ਰਤਨਾਂ ਦੇ ਭਰੇ ਹੋਏ ਸਾਗਰ ਨੇ। ਕੀਤੀਆਂ ਖਾਣੀ, ਕੀਤੀਆਂ ਬਾਣੀ, ਕੀਤੇ ਪਾਤ ਨਰਿੰਦ। ਚਾਰੇ ਖਾਣੀਆਂ, ਅੰਡਜ, ਜੇਰਜ, ਸੇਤਜ, ਉਤਪੁਜ। ਭਿੰਨ ਭਿੰਨ ਬੋਲੀਆਂ, ਕਿੰਨੇ ਹੀ ਰਾਜੇ, ਕਿੰਨੇ ਨਰਿੰਦ। ਕੀਤੀਆ ਖਾਣੀ, ਕੀਤੀਆ ਬਾਣੀ, ਕੀਤੇ ਪਾਤ ਨਰਿੰਦ। ਕਿਸਮਾਂ ਦੱਸੀਆਂ ਨੇ। ਅੰਡਿਆਂ ਤੋਂ ਪੈਦਾ ਹੋਣ ਵਾਲੀਆਂ ਜੂਨਾਂ, ਜੇਰ ਰਾਹੀਂ ਪੈਦਾ ਹੋਣ ਵਾਲੀਆਂ ਜੂਨਾਂ, ਸੇਤਜ, ਉਤਪੁਜ, ਵੈਜੀਟੇਸ਼ਨ, ਪਸੀਨੇ ਤੋਂ ਜੂਨਾਂ, ਵੱਖਰੀਆਂ ਵੱਖਰੀਆਂ ਬੋਲੀਆਂ, ਕਿੰਨੇ ਹੀ ਰਾਜੇ ਤੇ ਕਿੰਨੇ ਨਰਿੰਦ। ਨਰਿੰਦ ਰਾਜੇ ਨੂੰ ਹੀ ਕਹਿੰਦੇ। ਕੀਤੀਆ ਸੁਰਤੀ ਸੇਵਕ ਕੀਤੇ ਨਾਨਕ ਅੰਤ ਨਾ ਅੰਤ। ਸੋ ਗਿਆਨ ਖੰਡ ਦੇ ਵਿੱਚ ਸੁਰਤ ਅਭਿਆਸੀ ਰੂਹਾਂ, ਸੁਰਤ ਮਾਰਗ ਦੇ ਪਾਂਧੀ ਸੇਵਕ ਨੇ, ਔਰ ਗਿਆਨ ਖੰਡ ਦਾ ਕੋਈ ਹੱਦ ਬੰਨਾ ਨਹੀਂ ਹੈ, ਅੰਤ ਨਾ ਅੰਤ। ਨਾਨਕ ਜੋਤ ਆਖਦੀ ਹੈ ਕਿ ਗਿਆਨ ਖੰਡ ਦੇ ਵਿੱਚ ਸੁਰਤ ਅਭਿਆਸੀ ਰੂਹਾਂ, ਸੁਰਤ ਮਾਰਗ ਦੇ ਪਾਂਧੀ ਮੌਜੂਦ ਨੇ, ਪਰ ਗਿਆਨ ਖੰਡ ਦਾ ਕੋਈ ਹੱਦ ਬੰਨਾ ਨਹੀਂ ਹੈ। ਇਹ ਗਿਆਨ ਖੰਡ ਦਾ ਜ਼ਿਕਰ ਹੈ। ਸ੍ਰੇਸ਼ਟ ਜਿਹੜੇ ਗਿਆਨੀ ਲੋਕ ਨੇ, ਉਹਨਾਂ ਦਾ ਜ਼ਿਕਰ ਇੱਥੇ ਆਇਆ। ਸੋ ਇਹ ਗਿਆਨ ਖੰਡ ਦੀਆਂ ਗੱਲਾਂ ਨੇ, ਜਿਹਦੇ ਵਿੱਚ ਅਸੀਂ ਕ੍ਰਿਸ਼ਨ, ਬਰਮੇ, ਸ਼ਿਵ ਆਦਿ ਬਾਰੇ ਦੇਖਿਆ, ਧਰੂ ਬਾਰੇ ਸੁਣਿਆ, ਇੰਦਰ, ਚੰਦ, ਸੂਰਜ, ਕਿੰਨੇ ਦੇਸ਼ਾਂ ਬਾਰੇ ਜਾਣਕਾਰੀ ਹੈ। ਸਿੱਧ ਸਾਧਕ, ਬੁੱਧ, ਹੋਰ ਕਈ ਜੋਗੀ ਤੇ ਦਿਵ ਦ੍ਰਿਸ਼ਟੀ ਵਾਲੇ ਲੋਕ ਨੇ ਗਿਆਨ ਖੰਡ ਦੇ ਵਿੱਚ। ਕਿੰਨੀਆਂ ਹੀ ਜੂਨਾਂ ਬਾਰੇ ਪਤਾ ਲੱਗਿਆ, ਕਿੰਨੀਆਂ ਹੀ ਬੋਲੀਆਂ ਬਾਰੇ ਪਤਾ ਲੱਗਿਆ, ਕਿੰਨੇ ਰਾਜੇ ਨਰਿੰਦ, ਉਹਨਾਂ ਬਾਰੇ ਪਤਾ ਲੱਗਿਆ। ਸੁਰਤ ਅਭਿਆਸੀ ਰੂਹਾਂ, ਸੁਰਤ ਮਾਰਗ ਦੇ ਪਾਂਧੀ ਸੇਵਕ, ਗਿਆਨ ਖੰਡ ਦਾ ਕੋਈ ਵੀ ਹੱਦ ਬੰਨਾ ਹੀ ਨਹੀਂ ਹੈ, ਅੰਤ ਨਾ ਅੰਤ। ਗਿਆਨ ਦਾ ਕੋਈ ਅੰਤ ਨਹੀਂ ਹੈ। ਸੋ ਇਹ ਗਿਆਨ ਦਾ ਜਿਹੜਾ ਅਸੀਂ ਖੰਡ ਉਹ ਜਾਣਦੇ, ਜਿਹੜਾ ਦੂਜਾ ਪਦਾਰਥ ਹੈ, ਜਨਮ ਪਦਾਰਥ, ਫਿਰ ਗਿਆਨ ਪਦਾਰਥ। ਇੱਥੇ ਸਾਡਾ ਪਦਾ ਨੰਬਰ 35 ਖਤਮ ਹੁੰਦਾ। ਅੱਗੇ ਚਲੀਏ। ज्ञान खंड में ज्ञान प्रचंड।
ਹੁਣ ਪਿਛਲਾ ਖੰਡ ਜਿਹੜਾ ਉਹ ਕਲੋਜ਼ ਹੋ ਰਿਹਾ ਇੱਥੇ ਕਿ ਗਿਆਨ ਖੰਡ ਦੇ ਵਿੱਚ ਸੂਰਜ ਵਰਗਾ ਪ੍ਰਤਾਪ ਹੈ, ਤਿੱਥੈ ਨਾਦ ਵਿਨੋਦ ਕੋਡ ਆਨੰਦ, ਉੱਥੇ ਅਨਹਦ ਸ਼ਬਦ ਵਿਸਮਾਦ ਕ੍ਰਿਸ਼ਮੇ ਤੇ ਖੇੜਾ ਹੀ ਖੇੜਾ। ਹੁਣ ਅਗਲਾ ਖੰਡ ਸ਼ੁਰੂ ਹੋ ਰਿਹਾ ਸਰਮ ਖੰਡ। ਦੇਖੋ ਕਿਆ ਤਰਤੀਬ ਹੈ, ਕਿੰਨੇ ਜੁਗਤ ਨਾਲ ਗੁਰਬਾਣੀ ਲਿਖੀ ਗਈ ਹੈ, ਕਿੰਨੇ ਜੁਗਤ ਦੇ ਨਾਲ ਅੰਕ ਲਿਖੇ ਗਏ ਨੇ, ਪਦੇ ਬਣਾਏ ਗਏ ਨੇ। ਇਸ ਤੋਂ ਪਹਿਲਾਂ ਜ਼ਿਕਰ ਸੀ ਧਰਮਖੰਡ ਦਾ, ਉਹਦੀ ਕਲੋਜ਼ਿੰਗ ਅੱਗੇ ਆ ਕੇ ਕੀਤੀ ਵੀ ਆ ਜਿਹੜਾ ਧਰਮਖੰਡ ਦਾ ਇਹੋ ਧਰਮ ਜਿਹੜਾ ਪਿੱਛੇ ਜ਼ਿਕਰ ਕੀਤਾ। ਫਿਰ ਅੱਗੇ ਚੱਲਿਆ ਗਿਆਨ ਖੰਡ, ਗਿਆਨ ਖੰਡ ਦੀਆਂ ਗੱਲਾਂ ਕੀਤੀਆਂ। ਉਸ ਤੋਂ ਅਗਲੇ ਪਦੇ ਦੇ ਵਿੱਚ 36 ਨੰਬਰ ਦੇ ਵਿੱਚ ਆਇਆ ਗਿਆਨ ਖੰਡ ਮੈਂ ਗਿਆਨ ਪ੍ਰਚੰਡ। ਗਿਆਨ ਖੰਡ ਦੇ ਵਿੱਚ ਸੂਰਜ ਵਰਗਾ ਪ੍ਰਤਾਪ ਹੈ, ਉੱਥੇ ਅਨਹਦ ਸ਼ਬਦ ਵਿਸਮਾਦ ਕ੍ਰਿਸ਼ਮੇ ਤੇ ਖੇੜਾ ਹੀ ਖੇੜਾ। ਸਰਮ ਖੰਡ ਕੀ ਬਾਣੀ ਰੂਪ, ਸਰਮ ਖੰਡ ਵਿੱਚ ਸ਼ਬਦ, ਸ਼ਬਦ ਦੀ ਧੁਨ ਅਤੇ ਉਸ ਧੁਨ ਦੇ ਨੂਰ ਦਾ ਪ੍ਰਕਾਸ਼ ਹੈ। ਸਰਮ ਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀ ਹੈ ਬਹੁਤ ਅਨੂਪ। ਇਸ ਅਵਸਥਾ ਵਿੱਚ ਜੀਵ ਆਤਮਾ ਬਹੁਤ ਹੀ ਅਨੁਪਮ ਔਰ ਬੇਮਿਸਾਲ ਲਾਸਾਨੀ ਨੇ, ਬਹੁਤ ਅਨੂਪ। ਤਾਕੀਆਂ ਗੱਲਾਂ ਕਥੀਆਂ ਨਾ ਜਾਏ, ਪਰ ਇਸ ਨਜ਼ਾਰੇ ਨੂੰ ਦਰਸਾਇਆ ਨਹੀਂ ਜਾ ਸਕਦਾ। ਇਸ ਨਜ਼ਾਰੇ ਨੂੰ ਦਰਸਾਇਆ ਨਹੀਂ ਜਾ ਸਕਦਾ। ਕਹਤੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਸ ਤਰ੍ਹਾਂ ਅਸੀਂ ਜੱਜ ਨਹੀਂ ਕਰਨਾ ਕਿਸੇ ਨੂੰ ਕਿ ਕਿਹੜਾ ਮਨਮੁਖ ਹੈ ਕਿਹੜਾ ਗੁਰਮੁਖ ਹੈ, ਇਸ ਤਰ੍ਹਾਂ ਹੀ ਇਸ ਅਵਸਥਾ ਵਿੱਚ ਇਸ ਨਜ਼ਾਰੇ ਨੂੰ ਦਰਸਾਇਆ ਨਹੀਂ ਜਾ ਸਕਦਾ। ਇਹ ਗੂੰਗੇ ਦੀ ਮਠਿਆਈ ਹੈ, ਗੂੰਗਾ ਖਾ ਕੇ ਸਵਾਦ ਕਿਵੇਂ ਦੱਸੂ। ਆਸਾ ਦੀ ਵਾਰ ਦੇ ਵਿੱਚ ਇੱਕ ਜ਼ਿਕਰ ਆਉਂਦਾ ਹੈ, ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ। ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਏ। ਅਭਿਆਸੀ ਜਨ ਭਗਤੀ ਦੇ ਵਿੱਚ, ਭਜਨ ਦੇ ਵਿੱਚ ਇੰਨੇ ਗੜੂੰਦ ਹੋ ਜਾਂਦੇ ਹੈ, ਉਹ ਚੁੱਪ ਕਰ ਜਾਂਦੇ ਆ। ਆਪਣੇ ਅੰਦਰ ਉਸ ਪਰਮਾਤਮਾ ਨੂੰ ਮਹਿਸੂਸ ਕਰ ਰਹੇ ਹੁੰਦੇ ਆ। ਪਰਵਾਹ ਨਾ ਹੀ ਕਿਸੇ ਕੇਰੀ ਬਾਝ ਸੱਚੇ ਨਾ, ਉਹਨਾਂ ਨੂੰ ਹੋਰ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ, ਮੁਥਾਜੀ ਨਹੀਂ ਹੁੰਦੀ, ਸਿਰਫ ਆਪਣੇ ਪ੍ਰਭੂ, ਆਪਣੇ ਪਿਆਰੇ, ਆਪਣੇ ਖਸਮ ਤੋਂ ਬਿਨਾਂ, ਅਕਾਲ ਪੁਰਖ ਤੋਂ ਬਿਨਾਂ। ਹੋਰ ਕਿਸੇ ਗੱਲ ਦੀ ਪਰਵਾਹ ਨਹੀਂ ਹੁੰਦੀ। ਸਰਮਖੰਡ ਕੀ ਬਾਣੀ ਰੂਪ, ਤਿੱਥੇ ਘਾੜਤ ਘੜੀਐ ਬਹੁਤ ਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਅਗਰ ਕੋਈ ਇਸ ਤਰ੍ਹਾਂ ਦੀ ਕੋਈ ਸ਼ੇਖੀ ਮਾਰੇ ਕਿ ਮੈਂ ਬਿਆਨ ਕਰਨ ਲਈ ਸਮਰੱਥ ਹਾਂ, ਤਾਂ ਉਹਦੇ ਪੱਲੇ ਕੇਵਲ ਤੇ ਕੇਵਲ ਪਛਤਾਵਾ ਹੀ ਪਏਗਾ। ਅਗਰ ਕੋਈ ਇਹ ਸ਼ੇਖੀ ਮਾਰੇ ਕਿ ਮੈਂ ਇਹ ਸਾਰੀਆਂ ਗੱਲਾਂ ਬਿਆਨ ਕਰਨ ਦੇ ਸਮਰੱਥ ਹਾਂ,
ਮੈਨੂੰ ਧਰਮਖੰਡ ਦੀ ਜਾਣਕਾਰੀ ਹੈ, ਮੈਨੂੰ ਇੰਨਾ ਗਿਆਨ ਹੈ। ਮੈਂ ਇਸ ਅਵਸਥਾ ਵਿੱਚ ਹਾਂ, ਸਰਮਖੰਡ ਦੇ ਬਾਰੇ ਮੈਨੂੰ ਪਤਾ ਹੈ। ਜੇ ਇਸ ਤਰ੍ਹਾਂ ਦੀਆਂ ਕੋਈ ਸ਼ੇਖੀਆਂ ਮਾਰਦਾ ਹੈ ਤਾਂ ਉਸ ਦੇ ਪੱਲੇ ਕੇਵਲ ਤੇ ਕੇਵਲ ਸ਼ਰਮਿੰਦਗੀ ਹੀ ਪਏਗੀ, ਕਿਉਂਕਿ ਉਹ ਪ੍ਰੂਵ ਨਹੀਂ ਕਰ ਸਕਦਾ ਹੋਏਗਾ, ਕਿਸੇ ਹੋਰ ਨੂੰ ਨਹੀਂ ਦਿਖਾ ਸਕਦਾ ਹੋਏਗਾ ਵੀ ਆਹ ਸਰਮਖੰਡ ਹੈ। ਜੇ ਕਿ ਉਹਨੂੰ ਕਹੇਗਾ ਕਿ ਆਹ ਗੱਲ ਪ੍ਰੂਵ ਕਰਕੇ ਦੱਸ, ਉਹ ਨਹੀਂ ਕਰ ਪਾਏਗਾ। ਇਸ ਕਰਕੇ ਉਹਦੇ ਪੱਲੇ ਪਛਤਾਵਾ ਹੀ ਪਛਤਾਵਾ ਹੈ। ਕਿੱਥੇ ਘੜੀਐ ਸੁਰਤ ਮਤ ਮਨ ਬੁੱਧ। ਸਰਮਖੰਡ ਦੇ ਵਿੱਚ ਅਭਿਆਸੀ ਦੀ ਸੁਰਤ, ਮਤ, ਮਨ, ਬੁੱਧੀ ਨਾਮ ਦੇ ਰੂਪ ਨਾਲ ਤਰਾਸ਼ੀ ਜਾਂਦੀ ਹੈ। ਤਿੱਥੈ ਘਾੜ ਤੇ ਘੜੀਐ ਬਹੁਤ ਅਨੂਪ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਥੋੜਾ ਜਿਹਾ ਜ਼ਿਕਰ ਕਰਦੇ ਆ, ਥੋੜਾ ਜਿਹਾ ਜ਼ਿਕਰ ਕਰਦੇ ਬਾਬਾ ਨਾਨਕ, ਕਹਿੰਦੇ ਹੁੰਦਾ ਕੀ ਹੈ। ਅਭਿਆਸੀ ਦੀ ਸੁਰਤ, ਮਤ, ਮਨ, ਬੁੱਧੀ ਨਾਮ ਦੇ ਰੂਪ ਨਾਲ ਤਰਾਸ਼ੀ ਜਾਂਦੀ ਹੈ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਇੱਥੇ ਹੀ ਦੈਵੀ ਗੁਣਾਂ ਵਾਲੇ ਦੇਵਤੇ, ਰਿੱਧੀਆਂ ਸਿੱਧੀਆਂ ਵਾਲੇ ਸਿੱਧ ਹੋਰ ਤਰਾਸ਼ੇ ਜਾਂਦੇ ਹੈ। ਉਹਨਾਂ ਦੀ ਅਵਸਥਾ ਹੋਰ ਉੱਚੀ ਹੁੰਦੀ ਹੈ। ਜੇ ਕੋਈ ਇਸ ਅਵਸਥਾ ਨੂੰ ਐਕਸਪਲੇਨ ਕਰਨਾ ਚਾਹੇ, ਜੀ ਮੈਂ ਇਹਨੂੰ ਖੋਲਦਾ, ਮੈਂ ਇਹਦੇ ਬਾਰੇ ਜਾਣਦਾ, ਉਹਦੇ ਪੱਲੇ ਕੇਵਲ ਪਛਤਾਵਾ ਪੈਣਾ। ਪਰ ਹਾਂ, ਇੰਨਾ ਜ਼ਰੂਰ ਹੈ ਕਿ ਇਸ ਅਵਸਥਾ ਦੇ ਵਿੱਚ ਆ ਕੇ ਸੁਰਤੀ ਦੇ ਵਿੱਚ ਵੀ ਵਾਧਾ ਹੁੰਦਾ ਹੈ, ਮਤ ਵਿੱਚ ਵੀ ਵਾਧਾ ਹੁੰਦਾ ਹੈ, ਮਨ ਵੀ ਜਿਉਂ-ਜਿਉਂ ਭਗਤੀ ਦੇ ਵਿੱਚ ਰਤਿਆ, ਤਿਉਂ-ਤਿਉਂ ਉਸ ਅਕਾਲ ਦੀ ਜੋਤ ਅੰਦਰੇ ਮਹਿਸੂਸ ਹੋਣੀ ਸ਼ੁਰੂ ਹੁੰਦੀ ਹੈ। ਮਨ ਤੇ ਹੈ ਹੀ ਉਹਦਾ ਰੂਪ ਹੈ, ਉਹ ਪ੍ਰਗਟ ਹੋਣਾ ਸ਼ੁਰੂ ਹੋ ਗਿਆ। ਮਤ, ਮਨ, ਬੁੱਧੀ ਸਭ ਇਹ ਨਾਮ ਦੇ ਨਾਲ ਹੀ ਇਹ ਹੋਰ ਇਹਨਾਂ 'ਚ ਵਾਧਾ ਹੁੰਦਾ ਹੈ, ਹੋਰ ਤਰਾਸ਼ੀਆਂ ਜਾਂਦੀਆਂ ਨੇ। ਇੱਥੇ ਵੀ ਨਾਮ ਹੀ ਨਾਮ ਹੈ। ਸਰਮਖੰਡ ਦੇ ਵਿੱਚ ਨਾਮ ਤੋਂ ਬਿਨਾਂ ਕੁਛ ਨਹੀਂ ਹੈ। ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ। ਦੈਵੀ ਗੁਣਾਂ ਵਾਲੇ ਦੇਵਤੇ ਸੁਰ ਸਿੱਧ, ਰਿੱਧੀਆਂ ਸਿੱਧੀਆਂ ਵਾਲੇ ਸਿੱਧ ਹੋਰ ਤਰਾਸ਼ੇ ਜਾਂਦੇ ਨੇ। ਇੱਥੇ ਪਦਾ ਨੰਬਰ 36। ਅੱਗੇ ਚਲਿਏ। कर्मखंड की बाणी जोर। ਕਰਮਖੰਡ ਵਿੱਚ ਅਨਹਦ ਸ਼ਬਦ ਦੀ ਧੁਨ ਕੇਵਲ ਅਕਾਲ ਪੁਰਖ ਨਾਲ ਜੋੜਨ ਦਾ ਕੰਮ ਕਰਦੀ ਹੈ। ਜੋਰ ਲਫ਼ਜ਼ ਆ ਗਿਆ ਰਾਰੇ ਨੂੰ, ਔਂਕੜ। ਕਰਮਖੰਡ ਦੇ ਵਿੱਚ ਹੈ ਕੀ ਹੈ? ਕਿਉਂਕਿ ਜਦੋਂ ਸਰਮਖੰਡ ਦੇ ਵਿੱਚ ਨਾਮ ਹੀ ਨਾਮ ਹੈ, ਨਾਮ ਦੀ ਮਹਿਮਾ ਹੈ, ਤੇ ਕਰਮਖੰਡ ਕੋਈ ਉਸ ਤੋਂ ਜੁਦਾ ਨਹੀਂ ਹੈ। ਬਾਣੀ ਦਾ ਜ਼ਿਕਰ ਆਇਆ। ਬਾਣੀ ਜੋ ਵੀ ਅਸੀਂ ਬੋਲਦੇ ਹਾਂ, ਇਹ ਬਾਣੀ ਹੈ, ਜੋ ਵੀ ਅਸੀਂ ਬੋਲ ਰਹੇ ਹਾਂ। ਤੇ ਹੁਣ ਇਸ ਅਵਸਥਾ ਵਿੱਚ ਜਦੋਂ ਸਰਮਖੰਡ ਦਾ ਜ਼ਿਕਰ ਅਸੀਂ ਕਰਕੇ ਆਏ ਹਾਂ, ਧਰਮਖੰਡ ਜਿੱਥੇ ਅਸੀਂ ਪ੍ਰੈਜ਼ੈਂਟ ਹਾਂ, ਧਰਮਖੰਡ ਦੇ ਵਿੱਚ ਆ ਕੇ ਅਸੀਂ ਗਿਆਨ ਹਾਸਲ ਕਰਦੇ ਹਾਂ। ਉਸ ਗਿਆਨ ਦਾ ਵੀ ਕੋਈ ਅੰਤ ਨਹੀਂ ਹੈ। ਉਹ ਗਿਆਨ ਲੈ ਕੇ ਸਾਡੀ ਥੋੜੀ ਜਿਹੀ ਅਵਸਥਾ ਜਿਹੜੀ ਹੈ ਉਹ ਪ੍ਰਭੂ ਅਕਾਲ ਪੁਰਖ ਵਾਲੇ ਪਾਸੇ ਨੂੰ ਚੜ੍ਹਾਈ ਕਰਦੀ ਹੈ। ਜਿਉਂ ਜਿਉਂ ਰਾਮ ਕਹੇ ਜਨ ਉੱਚੇ, ਤੇ ਸਾਨੂੰ ਸਰਮਖੰਡ ਦਾ ਪਤਾ ਲੱਗਦਾ ਹੈ। ਸਰਮਖੰਡ ਜਿਹੜਾ ਹੈ ਉਹ ਮਿਹਨਤ ਦਾ ਖੰਡ, ਗਏ ਮਸ਼ੱਕਤ ਕਾਲ, ਜਿੱਥੇ ਅਸੀਂ ਮਿਹਨਤ ਕਰਦੇ ਹਾਂ, ਕਮਾਈ ਕਰਦੇ ਹਾਂ।
ਧਰਮ ਖੰਡ ਦਾ ਜ਼ਿਕਰ ਹੋ ਗਿਆ, ਜਨਮ ਪਦਾਰਥ ਜਿਹੜਾ ਸਾਨੂੰ ਮਿਲਿਆ ਹੈ, ਜੋ ਅਸੀਂ ਦੇਖ ਮਹਿਸੂਸ ਕਰ ਰਹੇ ਹਾਂ। ਉਹਦੇ ਬਾਅਦ ਗਿਆਨ ਖੰਡ ਹੈ, ਜਦੋਂ ਅਸੀਂ ਨੌਲੇਜ ਇਕੱਠੀ ਕਰਦੇ ਹਾਂ, ਪਰ ਉਹ ਨੌਲੇਜ ਦਾ ਵੀ ਕੋਈ ਅੰਤ ਨਹੀਂ ਹੈ। ਉਹ ਨੌਲੇਜ ਸਾਨੂੰ ਕੀ ਦੱਸਦੀ ਹੈ ਵੀ ਲੱਖ ਲੱਖ ਗੇੜਾ ਆਖੀ ਹੈ ਇੱਕ ਨਾਮ ਜਗਦੀਸ਼, ਅਕਾਲ ਪੁਰਖ ਦੀ ਭਗਤੀ ਕਰਨੀ ਹੈ ਦਿਨ ਰਾਤੀ ਆਰਾਧੋ ਪਿਆਰੋ, ਨਿਮਖ ਨਾ ਕੀਜੈ ਢੀਲਾ। ਉੱਥੇ ਅਸੀਂ ਇਹਨਾਂ ਗੱਲਾਂ ਬਾਰੇ ਜਾਣਦੇ ਹਾਂ। ਇਹ ਸਾਨੂੰ ਗਿਆਨ ਹੋ ਰਿਹਾ ਕਿ ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਹਰ ਕੀਰਤਨ ਗਾਵੋ ਦਿਨ ਰਾਤੀ, ਸਫਲ ਇਹਾ ਹੈ ਕਾਰੀ ਜੀਓ। ਨਾਮ ਅਵਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। ਇਸੇ ਨਾਮ ਨੂੰ ਕੀਰਤਨ ਕਹਿਤਾ, ਦੋਨਾਂ ਅੱਖਰਾਂ ਨੂੰ ਔਂਕੜ ਹੈ, ਨਾਮ ਨੂੰ ਵੀ ਕੀਰਤਨ ਨੂੰ ਵੀ। ਔਰ ਉਹਦੇ ਅੱਗੇ ਹਰ ਲਫ਼ਜ਼, ਹਰ ਸ਼ਬਦ ਦਾ ਕੀਰਤਨ, ਸ਼ਬਦ ਦਾ ਐਸ ਤਨ ਦੇ ਵਿੱਚ ਲਗਾਤਾਰ ਚੱਲਣਾ। ਕੀਰਤ ਤਨ, ਪ੍ਰਭੂ ਦੀ ਕੀਰਤੀ ਇਸ ਤਨ ਵਿੱਚ ਲਗਾਤਾਰ ਆਰੰਭ ਹੋਣੀ। ਮਿਹਨਤ, ਸਰਮਖੰਡ ਜਿਹੜੀ ਹੈ, ਸਰਮਖੰਡ ਜਿਹੜਾ ਹੈ ਇਹ ਮਿਹਨਤ ਦਾ ਖੰਡ ਹੈ। ਕੇਵਲ ਤੇ ਕੇਵਲ ਜਿੱਥੇ ਅਸੀਂ ਕਰਤੇ ਪੁਰਖ ਦੇ ਨਾਮ ਨਾਲ ਜੁੜਦੇ ਹਾਂ। ਅੱਗੇ ਚੱਲੀਏ। ਕਰਮਖੰਡ ਕੀ ਬਾਣੀ ਜੋਰ। ਕਰਮਖੰਡ ਵਿੱਚ ਅਨਹਦ ਸ਼ਬਦ ਦੀ ਜਿਹੜੀ ਧੁਨ ਹੈ ਉਹ ਕਰਤੇ ਪੁਰਖ ਨਾਲ ਜੋੜਨ ਦਾ ਕੰਮ ਕਰਦੀ ਹੈ। ਜਿੱਥੇ ਹੋਰ ਨਾ ਕੋਈ ਹੋਰ, ਉੱਥੇ ਜੁੜੇ ਹੋਏ ਜੀਵਾਂ ਤੋਂ ਬਿਨਾਂ ਹੋਰ ਕੋਈ ਹੈ ਹੀ ਨਹੀਂ। ਉਹੀ ਜੀਵ ਨੇ ਜਿਹੜੇ ਜੁੜੇ ਹੋਏ ਨੇ ਉਸ ਕਰਤੇ ਪੁਰਖ ਦੇ ਨਾਲ, ਜਿਨ੍ਹਾਂ ਨੇ ਆਪਣੇ ਐਸ ਸਰੀਰ ਦੇ ਅੰਦਰ ਹੀ ਕਰਤੇ ਪੁਰਖ ਨੂੰ ਪ੍ਰਗਟ ਕਰ ਲਿਆ ਹੈ। ਹੁਣ ਕੀ ਉਹਨਾਂ ਨੂੰ ਕਿਹਾ, ਉਹਨਾਂ ਨੂੰ ਕਿਹੜੀਆਂ ਉਪਾਧੀਆਂ ਦਿੱਤੀਆਂ ਨੇ? ਤਿੱਥੈ ਜੋਧ ਮਹਾਬਲ ਸੂਰ। ਉੱਥੇ ਅਧਿਆਤਮਕ ਸੂਰਮੇ ਤੇ ਆਤਮਿਕ ਤੌਰ ਤੇ ਮਹਾਬਲੀ ਰੂਹਾਂ ਨੇ। ਹੁਣ ਇਹ ਸੂਰਾ, ਮਹਾਬਲੀ, ਜੋਧਾ ਇਹ ਹੋਰ ਕੋਈ ਨਹੀਂ ਹੈ। ਇਹ ਉਹ ਹੈ ਜਿਹੜਾ ਪੰਜਾਂ ਨਾਲ ਲੜ ਕੇ, ਮਾਇਆ ਨਾਲ ਲੜ ਕੇ, ਮਾਇਆ ਨੂੰ ਜਿੱਤ ਕੇ ਅਗਾਂਹ ਪਹੁੰਚਿਆ ਹੈ। ਸਰਮਖੰਡ ਦੇ ਜ਼ਰੀਏ ਨਾਮ ਦੀ ਕਮਾਈ ਕਰਕੇ ਜਿਹੜਾ ਇੱਥੋਂ ਤੱਕ ਆਇਆ। ਕਰਮਖੰਡ ਦੇ ਵਿੱਚ, ਕਰਮਖੰਡ ਦੇ ਵਿੱਚ ਅਨਹਦ ਸ਼ਬਦ ਦੀ ਧੁਨ ਕਰਤੇ ਪੁਰਖ ਨਾਲ ਜੋੜਦੀ ਹੈ। ਉੱਥੇ ਜੁੜੇ ਹੋਏ ਜੀਵਾਂ ਤੋਂ ਬਿਨਾਂ ਹੋਰ ਕੋਈ ਨਹੀਂ। ਉੱਥੇ ਅਧਿਆਤਮਕ ਸੂਰਮੇ, ਆਤਮਿਕ ਤੌਰ ਤੇ ਮਹਾਬਲੀ ਰੂਹਾਂ ਨੇ। ਤਿੰਨ ਮੈਂ ਰਾਮ ਰਹਿਆ ਭਰਪੂਰ। ਉਹ ਜਿਹੜੀਆਂ ਜੀਵ ਆਤਮਾਵਾਂ ਨੇ ਉਹ ਮੁਕਤ ਨੇ, ਉਹ ਮੁਕੰਮਲ ਤੌਰ ਤੇ ਉੱਤੇ ਨਾਮ ਅੰਮ੍ਰਿਤ ਦੇ ਨਾਲ ਭਿੱਜੀਆਂ ਨੇ, ਸਰਸ਼ਾਰ ਨੇ। ਉਹਨਾਂ ਨੂੰ ਅਧਿਆਤਮਕ ਸੂਰਮੇ, ਆਤਮਿਕ ਤੌਰ ਤੇ ਮਹਾਬਲੀ ਕਿਹਾ, ਜਿਹੜੀਆਂ ਜੀਵ ਆਤਮਾ ਪੰਜ ਵੈਰੀਆਂ ਨਾਲ ਲੜ ਕੇ ਮੁਕਤ ਹੋ ਜਾਂਦੀਆਂ ਨੇ ਔਰ ਮੁਕੰਮਲ ਤੌਰ ਤੇ ਨਾਮ ਅੰਮ੍ਰਿਤ ਦੇ ਨਾਲ ਭਿੱਜੀਆਂ ਨੇ। ਹੁਣ ਇਹ ਕਰਮਖੰਡ ਹੈ ਕੀ ਹੈ?
ਇਹ ਬਖਸ਼ਿਸ਼ ਦਾ ਖੰਡ ਹੈ, ਰਹਿਮਤ, ਨਦਰ, ਜਿੱਥੇ ਕਰਤੇ ਪੁਰਖ ਦੀ ਨਦਰ ਹੀ ਨਦਰ ਹੈ। ਤਿੰਨ ਮੈਂ ਰਾਮ ਰਿਹਾ ਭਰਪੂਰ। ਦੇਖੋ ਜਿਹੜੇ ਉੱਥੇ ਇਸ ਅਵਸਥਾ ਦੇ ਵਿੱਚ ਆਏ ਨੇ, ਜਿਹੜੇ ਉੱਥੇ ਕਰਤੇ ਪੁਰਖ ਦੇ ਨਾਮ ਦਾ ਹੀ ਜ਼ਿਕਰ ਹੈ ਬਸ। ਤੇ ਉਹ ਨਾਮ ਅੰਮ੍ਰਿਤ ਦੇ ਨਾਲ ਹੀ ਰੂਹਾਂ ਜਿਹੜੀਆਂ ਨੇ ਭਿੱਜੀਆਂ ਹੋਈਆਂ ਨੇ, ਸਰਸ਼ਾਰ ਨੇ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਉੱਥੇ 8 ਪਹਿਰ ਨਾਮ ਬੰਦਗੀ ਵਿੱਚ ਜੀਵ ਆਤਮਾ ਪਰੋਈਆਂ ਰਹਿੰਦੀਆਂ ਨੇ। ਕਰਤੇ ਪੁਰਖ ਦੀ ਮਹਿਮਾ, ਕਰਤੇ ਪੁਰਖ ਦੇ ਨਾਮ ਦੀ ਕਮਾਈ ਦੇ ਵਿੱਚ ਇੱਕ ਮਿਕ ਹੋਈਆਂ ਪਈਆਂ ਨੇ। ਤਾਂ ਕਿ ਰੂਪ ਨਾ ਕਥਨੇ ਜਾਏ। ਉਹਨਾਂ ਦੇ ਇਸ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਇਸ ਨੂਰੀ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਇਸ ਜੋਤ ਰੂਪੀ ਰੂਪ ਦਾ, ਉਸ ਕਰਤੇ ਪੁਰਖ ਦੀ ਜੋਤ ਦੇ ਜੋਤ ਰੂਪੀ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਪਰ ਹਾਂ, ਇੰਨਾ ਜ਼ਰੂਰ ਦੱਸਿਆ ਕਿ ਜਿਹੜੀਆਂ ਨਾਮ ਬੰਦਗੀ ਦੇ ਵਿੱਚ ਭਿੱਜੀਆਂ ਹੋਈਆਂ ਆਤਮਾਵਾਂ ਨੇ, ਉਹ 8 ਪਹਿਰ ਨਾਮ ਬੰਦਗੀ ਦੇ ਵਿੱਚ ਹੀ ਪਰੋਈਆਂ ਰਹਿੰਦੀਆਂ ਨੇ, ਤੇ ਉਹਨਾਂ ਦੇ ਨੂਰੀ ਰੂਪ ਦਾ ਬਿਆਨ ਨਹੀਂ ਕੀਤਾ ਜਾ ਸਕਦਾ। ਤਿੱਥੈ ਸੀਤੋ ਸੀਤਾ ਮਹਿਮਾ ਮਾਹੇ, ਤਾਕੇ ਰੂਪ ਨਾ ਕਥਨੇ ਜਾਹੇ। ਅੱਗੇ ਚੱਲੀਏ। ਨਾ ਉਹ ਮਰੇ ਨਾ ਠਾਗੇ ਜਾਏ। ਉਹ ਜੀਵ ਆਤਮਾਵਾਂ ਜਨਮ ਮਰਨ ਤੋਂ ਮੁਕਤ ਨੇ, ਤੇ ਮਾਇਆ ਹੁਣ ਉਹਨਾਂ ਨੂੰ ਠੱਗ ਨਹੀਂ ਸਕਦੀ, ਕਿਉਂਕਿ ਉਹ ਕਰਤੇ ਪੁਰਖ ਦਾ ਰੂਪ ਹੋ ਚੁੱਕੀਆਂ ਨੇ। ਕਰਤੇ ਪੁਰਖ ਨੂੰ ਪ੍ਰਗਟ ਕਰ ਲਿਆ ਉਹਨਾਂ ਆਪਣੇ ਅੰਦਰ ਹੀ। ਜਿਨ ਕੈ ਰਾਮ ਵਸੈ ਮਨ ਮਾਹੇ। ਮਾਇਆ ਉਹਨਾਂ ਨੂੰ ਠੱਗ ਨਹੀਂ ਸਕਦੀ, 5 ਵੈਰੀ ਉਹਨਾਂ ਦਾ ਕੁਛ ਨਹੀਂ ਵਿਗਾੜ ਸਕਦੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਰਮਤ ਰਾਮ ਵਸ ਚੁੱਕਾ ਹੈ। ਜਿਹੜਾ ਰਾਮ, ਜਿਹੜਾ ਕਰਤਾ ਪੁਰਖ ਪ੍ਰਭੂ ਸਭ ਵਿੱਚ ਰਮ ਰਿਹਾ, ਉਹ ਪ੍ਰਗਟ ਕਰ ਚੁੱਕੇ ਨੇ ਜਿਉਂਦੇ ਜੀ। ਤਿੱਥੈ ਭਗਤ ਵਸੈ ਕੇ ਲੋ। ਲੋਆਂ ਪੂਰੀਆਂ ਭਗਤਾਂ ਨਾਲ ਭਰੀਆਂ ਪਈਆਂ ਨੇ। ਕਰੇ ਆਨੰਦ ਸੱਚਾ ਮਨ ਸੋਏ। ਤੇ ਉਹ ਆਨੰਦ ਵਿੱਚ ਹਨ, ਕਿਉਂਕਿ ਸੁਰਤ ਹਮੇਸ਼ਾ ਕਰਤੇ ਪੁਰਖ ਨਾਲ, ਪ੍ਰਭੂ ਨਾਲ, ਅਕਾਲ ਪੁਰਖ ਨਾਲ ਇੱਕ ਮਿਕ ਹੈ। ਕਰੇ ਆਨੰਦ ਸੱਚਾ ਮਨ ਸੋਏ। ਉਸ ਕਰਤੇ ਪੁਰਖ ਨੂੰ ਮਹਿਸੂਸ ਕਰ ਰਹੀਆਂ ਨੇ ਰੂਹਾਂ, ਆਤਮਾਵਾਂ। ਇਹ ਬਖਸ਼ਿਸ਼ ਵਾਲੀ ਅਵਸਥਾ ਹੈ। ਕਰਮਖੰਡ ਹੈ ਹੀ ਬਖਸ਼ਿਸ਼ ਦਾ ਖੰਡ ਹੈ। ਤੇ ਐਸੀ ਤਾਕਤ ਉਹਨਾਂ ਅਭਿਆਸੀ ਰੂਹਾਂ ਦੇ ਅੰਦਰ ਪ੍ਰਗਟ ਹੋ ਜਾਂਦੀ ਹੈ ਕਿ ਵਿਸ਼ੇ ਵਿਕਾਰ ਉਹਨਾਂ ਤੇ ਆਪਣਾ ਪ੍ਰਭਾਵ ਨਹੀਂ ਪਾ ਸਕਦੇ, ਕਿਉਂਕਿ ਇਸ ਅਵਸਥਾ ਵਿੱਚ ਅਕਾਲ ਪੁਰਖ ਤੋਂ ਬਿਨਾਂ ਕੋਈ ਦੂਸਰਾ ਹੈ ਹੀ ਨਹੀਂ ਹੈ। ਈਵਨ ਅਭਿਆਸੀ ਦੀ ਹੋਂਦ ਵੀ ਖਤਮ ਹੈ।
ਇਹੀ ਫਿਰ ਯੋਧੇ ਨੇ, ਇਹੀ ਮਹਾਬਲੀ ਨੇ, ਇਹੀ ਸੂਰਮੇ ਨੇ। ਪਿੱਛੇ ਜ਼ਿਕਰ ਕਰ ਆਏ ਹਾਂ ਅਸੀਂ। ਕਰੇ ਆਨੰਦ ਸੱਚਾ ਮਨ ਸੋਏ। ਇਸ ਅਵਸਥਾ ਵਿੱਚ ਜਿਹੜੇ ਭਗਤ ਜਨ ਨੇ, ਉਹਨਾਂ ਦੀ ਸੁਰਤ ਹਮੇਸ਼ਾ ਅਕਾਲ ਪੁਰਖ ਨਾਲ ਇੱਕ ਮਿਕ ਹੈ। ਕਰੇ ਆਨੰਦ ਸੱਚਾ ਮਨ ਸੋਏ। ਆਨੰਦ ਦੀ ਅਵਸਥਾ ਦੇ ਵਿੱਚ, ਕਰਮਖੰਡ ਦੀ ਅਵਸਥਾ ਦੇ ਵਿੱਚ। ਹੁਣ ਜਿਹੜੀ ਚੀਜ਼ ਨੋਟ ਕਰਨ ਵਾਲੀ ਹੈ, ਅੱਗੇ ਕਹਿੰਦੇ ਆ ਸੱਚਖੰਡ ਵਸੈ ਨਿਰੰਕਾਰ। ਪਿੱਛੇ ਦੇਖੋ ਗਿਆਨ ਖੰਡ ਜਾਂ ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, 4 ਖੰਡ ਆ ਗਏ ਨੇ। 5 ਖੰਡ ਨਹੀਂ ਹੈ। ਹੁਣ ਇੱਥੇ ਸੱਚਖੰਡੇ ਡੱਡੇ ਨੂੰ ਸਿਹਾਰੀ ਆ ਗਈ। ਕਰਮਖੰਡ ਹੀ ਅਖੀਰੀ ਹੈ। ਸੱਚਖੰਡ ਵਸੈ ਨਿਰੰਕਾਰ। ਆਕਾਰ ਰਹਿਤ ਪ੍ਰਭੂ ਹਰ ਜੀਵ ਦੇ ਹਿਰਦੇ ਵਿੱਚ ਵਸਦਾ ਹੈ ਤੇ ਉਹ ਜੀਵ ਨੂੰ ਰਹਿਮਤ ਸਦਕਾ ਨਿਹਾਲ ਕਰਦਾ ਹੈ। ਜੋ ਬ੍ਰਹਮੰਡੇ ਸੋਈ ਪਿੰਡੇ। ਜੋ ਬ੍ਰਹਮੰਡੇ ਖੰਡੇ ਸੋ ਜਾਣੋ। ਜੋ ਬ੍ਰਹਮੰਡੇ ਖੰਡੇ ਸੋ ਜਾਣੋ। ਜਿਹੜਾ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਵਸਦਾ ਹੈ, ਉਸ ਨੂੰ ਆਪਣੇ ਸਰੀਰ ਦੇ ਵਿੱਚ ਵਸਦਾ ਵੀ ਪਛਾਣੋ। ਜੋ ਬ੍ਰਹਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ। ਗੁਰਮੁਖੇ ਗੁਰੂ ਦੇ ਜ਼ਰੀਏ, ਇੱਕ ਗੁਰੂ ਨਾਲ ਕਮਿਟਮੈਂਟ, ਇੱਕ ਗੁਰੂ ਨਾਲ ਭਰੋਸਾ ਪ੍ਰਤੀਤ, ਇੱਕ ਗੁਰੂ ਨੂੰ ਮੰਨਣਾ ਤੇ ਇੱਕ ਗੁਰੂ ਦਾ ਹੀ ਜਾਪ। ਗੁਰੂ ਦੇ ਸ਼ਬਦ ਵਿੱਚ ਜੁੜ ਕੇ ਹੀ ਇਸ ਅਸਲੀਅਤ ਦਾ ਪਤਾ ਲੱਗੇਗਾ। ਸੱਚਖੰਡੇ ਵਸੈ ਨਿਰੰਕਾਰ। ਆਕਾਰ ਰਹਿਤ ਪ੍ਰਭੂ। ਅਕਾਲ ਪੁਰਖ ਹਰ ਜੀਵ ਦੇ ਹਿਰਦੇ ਵਿੱਚ ਵਸਦਾ ਹੈ ਤੇ ਉਸ ਜੀਵ ਨੂੰ ਰਹਿਮਤ ਸਦਕਾ ਨਿਹਾਲ ਕਰਦਾ ਹੈ। ਕਰ ਕਰ ਵੇਖੈ ਨਦਰ ਨਿਹਾਲ। ਇਸ ਅਵਸਥਾ ਵਿੱਚ ਸਾਰੇ ਨਜ਼ਾਰੇ ਅੰਦਰੇ ਹੀ ਮਹਿਸੂਸ ਹੁੰਦੇ ਨੇ। ਤਿੱਥੈ ਖੰਡ ਮੰਡਲ ਵਰਪੰਡ। ਉਸ ਅਵਸਥਾ ਦਾ ਜ਼ਿਕਰ ਹੈ। ਤਿੱਥੈ ਜੇ ਕੋ ਕਥੈ ਤਾਂ ਅੰਤ ਨਾ ਅੰਤ। ਕੋਈ ਵੀ ਉਸ ਅਕਾਲ ਪੁਰਖ ਦੇ ਪ੍ਰਸਾਰੇ ਦਾ ਅੰਤ ਨਹੀਂ ਕਰ ਸਕਦਾ। ਤਿੱਥੈ ਲੋ ਲੋ ਆਕਾਰ। ਉੱਥੇ ਲੋਆਂ ਪੁਰੀਆਂ ਪ੍ਰਭ ਨੂਰ ਦੇ ਨਾਲ ਭਰੀਆਂ ਪਈਆਂ ਨੇ। ਜਿਵ ਜਿਵ ਹੁਕਮ ਤਿਵੈ ਤਿਵਕਾਰ। ਜਿਵੇਂ ਜਿਵੇਂ ਨਿਰੰਕਾਰ ਦਾ ਹੁਕਮ ਹੈ, ਤਿਉਂ ਤਿਉਂ ਜੀਵ ਆਪਣੀ ਕਾਰ ਕਰਦੇ ਨੇ, ਕਰਮ ਭੋਗਦੇ ਨੇ। ਵਿਖੇ ਵਿਕਸੇ ਕਰ ਵਿਚਾਰ। ਪਰ ਬੰਦਗੀ ਕਰਨ ਵਾਲਾ ਕੇਵਲ ਆਨੰਦ ਹੀ ਮਾਣਦਾ ਹੈ। ਵਿਖੇ ਵਿਗਸੈ ਕਰ ਵਿਚਾਰ। ਪਰ ਬੰਦਗੀ ਕਰਨ ਵਾਲਾ ਕੇਵਲ ਆਨੰਦ ਦੀ ਅਵਸਥਾ ਦੇ ਵਿੱਚ ਹੀ ਖੇਡਦਾ ਹੈ। ਨਾਨਕ ਕਥ ਨਾ ਕਰੜਾ ਸਾਰ। ਪਰ ਨਾਨਕ ਜੋਤ ਆਖਦੀ ਹੈ, ਇਹਨੂੰ ਬਿਆਨ ਕਰਨਾ ਅਸੰਭਵ ਹੈ, ਔਖਾ ਹੈ।
ਸੋ ਅਸੀਂ ਅੱਜ ਦੀ ਵਿਚਾਰ ਚੋਂ ਕੀ ਸਿੱਟਾ ਕੱਢ ਰਹੇ ਹਾਂ ਕਿ ਸੱਚਖੰਡ ਕੋਈ ਹੈ ਨਹੀਂ ਹੈ। ਸੱਚਖੰਡ ਹਿਰਦਾ ਹੀ ਹੈ ਸਾਡਾ। ਖੰਡ ਚਾਰ ਹੀ ਨੇ। ਬਿਲਕੁਲ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਬੜੇ ਸਾਦੇ ਲਫ਼ਜ਼ਾਂ ਦੇ ਵਿੱਚ ਖੋਲ ਕੇ ਆਏ ਹਾਂ। ਸਰਮਖੰਡ ਦੀ ਅਵਸਥਾ ਮਿਹਨਤ ਦੀ ਅਵਸਥਾ ਹੈ। ਸ਼ਰਮ ਕਹਿੰਦੇ ਮਿਹਨਤ ਨੂੰ। ਸਰਮਖੰਡ ਕੀ ਬਾਣੀ ਜੋਰ। ਇਸ ਅਵਸਥਾ ਵਿੱਚ ਜੀਵਨ ਨੂੰ ਗੁਰੂ ਦੀ ਮੱਤ ਵਿੱਚ ਢਾਲਣਾ ਪੈਂਦਾ ਹੈ। ਮਤ ਹੈ ਹੀ ਨਾਮ ਹੈ, ਬਸ ਕੇਵਲ ਨਾਮ। ਜਪੋ ਰੇ ਪ੍ਰਾਣੀ ਛੋਡੋ ਮਨ ਕੇ ਭਰਮਾ। ਜਿਹੜੇ ਜੀਵ ਇਸ ਅਵਸਥਾ ਵਿੱਚ ਖਰੇ ਉਤਰ ਜਾਂਦੇ ਆ, ਉਹ ਫਿਰ ਕਰਮਖੰਡ ਦੀ ਅਵਸਥਾ ਵਿੱਚ ਆ ਜਾਂਦੇ ਆ। ਪਰਮਾਤਮਾ ਦੀ ਜਿਹੜੀ ਨਦਰ ਗੁਰਪ੍ਰਸਾਦ ਕਿਰਪਾ ਸਾਡੇ ਤੇ ਹੋ ਜਾਂਦੀ ਹੈ, ਮਿਹਰ ਹੋ ਜਾਂਦੀ ਹੈ। ਤੇ ਇਸ ਮਿਹਰ ਸਦਕਾ ਅਭਿਆਸੀ, ਬਖਸ਼ਿਸ਼ ਸਦਕਾ ਅਭਿਆਸੀ ਸ਼ਬਦ ਦੀ ਧੁਨੀ ਦੇ ਵਿੱਚ ਹੋਰ ਗੜੂੰਦ ਹੁੰਦਾ, ਹੋਰ ਭਿੱਜਦਾ। ਆਤਮਾ ਜਿਹੜੀ ਹੈ ਬਲਵਾਨ ਹੋ ਜਾਂਦੀ ਹੈ, ਜਾਂ ਇਉਂ ਕਹਿ ਲਓ ਕਿ ਪਰਮਾਤਮਾ ਦੀ ਜਿਹੜੀ ਸ਼ਕਤੀ ਹੈ ਉਹ ਆ ਜਾਂਦੀ ਹੈ, ਜਿਹਦੇ ਨਾਲ ਸੁਰਮਤਾਈ ਵਾਲਾ ਜੀਵਨ ਅਭਿਆਸੀ ਜਿਉਂਦਾ ਹੈ। ਪਰਮਾਤਮਾ ਪੂਰੀ ਤਰ੍ਹਾਂ ਸਾਡੇ ਅੰਦਰ ਸਮਾ ਜਾਂਦਾ। ਸੱਚ ਖੰਡੇ ਵਸੈ ਨਿਰੰਕਾਰ। ਸੋ ਜਿਨ੍ਹਾਂ ਅੰਦਰ ਪਰਮਾਤਮਾ ਪੂਰੀ ਤਰ੍ਹਾਂ ਵਸ ਜਾਂਦਾ ਹੈ, ਉਹ ਜੀਵ ਆਪਣੀ ਆਤਮਾ ਨੂੰ ਪਰਮਾਤਮਾ ਨਾਲ ਇੱਕਮਿਕ ਕਰ ਲੈਂਦੇ ਨੇ, ਸੀ ਲੈਂਦੇ ਨੇ। ਸਿਓ ਲੈਣਾ, ਪ੍ਰੋ ਲੈਣਾ, ਇੱਕਮਿਕ ਹੋ ਜਾਂਦੇ ਨੇ। ਆਤਮਾ ਪਰਮਾਤਮਾ ਨਾਲ ਪੂਰੀ ਤਰ੍ਹਾਂ ਜੁੜ ਜਾਂਦੀ ਹੈ। ਅਤੇ ਇਸ ਅਵਸਥਾ ਦਾ ਰੂਪ ਬਿਆਨ ਨਹੀਂ ਕੀਤਾ ਜਾ ਸਕਦਾ। ਤੁਰੀਆ ਅਵਸਥਾ ਬਿਲਕੁਲ ਇਹੀ ਅਵਸਥਾ ਹੈ। ਮਨ 3 ਗੁਣਾ ਤੋਂ ਉੱਪਰ ਉੱਠ ਜਾਂਦਾ ਹੈ। ਚੌਥੀ ਅਵਸਥਾ ਵੀ ਇਹਨੂੰ ਕਹਿੰਦੇ ਆ। ਜੀਵਨ ਬਹੁਤ ਉਚਾਈਆਂ ਤੇ ਚਲਾ ਜਾਂਦਾ ਹੈ। ਮਾੜੇ ਗੁਣ, ਭੈੜੀ ਬਿਰਤੀ, ਮਾਇਆ ਬਿਲਕੁਲ ਦੂਰ ਚਲੇ ਜਾਂਦੀ ਹੈ। ਪੰਜ ਵਿਕਾਰ ਕੁਛ ਨਹੀਂ ਫਿਰ ਵਿਗਾੜ ਸਕਦੇ। ਇਹਨਾਂ ਵਿਕਾਰਾਂ ਦਾ ਕੋਈ ਅਸਰ ਸਾਡੇ ਤੇ ਨਹੀਂ ਪੈਂਦਾ। ਤਾਂ ਹੈ ਤਿੱਥੇ ਭਗਤ ਵਸੈ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਭਗਤ ਜਨ ਇਸ ਅਵਸਥਾ ਦੇ ਵਿੱਚ ਖੇਡਦੇ ਆ। ਹਰ ਵੇਲੇ ਖੇੜੇ ਦੇ ਵਿੱਚ ਆਨੰਦ ਭਰਪੂਰ ਆਤਮਿਕ ਜੀਵਨ, ਇਹਨੂੰ ਕਹਿੰਦੇ ਆ ਚੜ੍ਹਦੀ ਕਲਾ। ਅਸੀਂ ਐਵੇਂ ਫੋਨਾਂ ਤੇ ਲੱਗੇ ਹੁੰਦੇ ਆ, ਭਾਈ ਕੀ ਹਾਲ ਤੇਰਾ, ਔਰ ਚੜ੍ਹਦੀ ਕਲਾ ਬਈ। ਉਹ ਆ ਅਵਸਥਾ ਚੜ੍ਹਦੀ ਕਲਾ ਹੈ। ਤੇ ਕਰਮਖੰਡ ਦੇ ਵਿੱਚ ਭਗਤ ਜਿਹੜੇ ਹੈ ਇੱਕ ਮਿਕ ਹੋਏ ਪਏ ਨੇ ਅਕਾਲ ਪੁਰਖ ਦੇ ਨਾਲ, ਖੇੜੇ ਵਿੱਚ ਨੇ, ਆਨੰਦ ਵਿੱਚ ਨੇ।
ਇਹ ਹੈ ਚੜ੍ਹਦੀ ਕਲਾ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ, ਬੜਾ ਹੀ ਸੰਕੋਚ ਕੇ ਅੱਜ ਚੱਲੇ ਆ, ਔਰ ਬੜੀ ਸਾਦੀ ਬੋਲੀ ਰੱਖੀ ਆ, ਕੋਈ ਇਹ 'ਚ ਅਹ, ਆਪਾਂ ਕੋਈ ਲੱਛੇਦਾਰ ਲਫ਼ਜ਼ ਨਹੀਂ ਬੋਲੇ, ਬੜਾ ਐਨ ਲੇਮੈਨ ਲੈਂਗੁਏਜ ਦੇ ਵਿੱਚ ਆਪਾਂ ਇਹ ਸਾਰਾ ਕੋਸ਼ਿਸ਼ ਕੀਤੀ ਹੈ ਇਹਨੂੰ ਸਮਝਣ ਦੀ। ਅਕਾਲ ਪੁਰਖ ਇਸੇ ਤਰ੍ਹਾਂ ਬਖਸ਼ਿਸ਼ ਕਰਨ। ਅਗਾਂਹ ਦੇ ਪਦੇ ਅਗਲੇ ਸੰਡੇ ਨੂੰ ਆਪਾਂ, ਮੇਰਾ ਖਿਆਲ ਹੈ ਵੀ ਇਹ ਜਿਹੜੀ ਬਾਣੀ ਹੈ ਇਹਦੀ ਸਮਾਪਤੀ ਹੋ ਜਾਏਗੀ, ਤੇ ਇਹੀ ਜਿਹੜੇ ਆਪਾਂ ਅੱਜ ਜਿਹੜੇ ਅੱਜ ਧਰਮਖੰਡ, ਗਿਆਨਖੰਡ, ਸਰਮਖੰਡ ਤੇ ਕਰਮਖੰਡ, ਇਹਨਾਂ ਨੂੰ ਹੋਰ ਖੋਲਣ ਦੀ ਕੋਸ਼ਿਸ਼ ਕਰਾਂਗੇ ਅਗਲੀ ਵਾਰੀ, ਜਦੋਂ ਆਪਾਂ ਇਸ ਬਾਣੀ ਦੀ ਸਮਾਪਤੀ ਵਾਲੇ ਪਾਸੇ ਜਾਣਾ। ਗੁਰੂ ਪਾਤਸ਼ਾਹ ਇਸੇ ਤਰ੍ਹਾਂ ਬਖਸ਼ਿਸ਼ ਕਰਦੇ ਰਹਿਣ, ਸਾਨੂੰ ਸਾਰਿਆਂ ਨੂੰ ਨਾਮ ਜਪਣ ਦੀ ਸੋਝੀ ਆਵੇ, ਨਾਮ ਜਪ ਕੇ ਅਸੀਂ ਆਪਣਾ ਜੀਵਨ ਸਫਲਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।